ਗੁਰਦੁਆਰਾ ਸ੍ਰੀ ਹਰਗੋਬਿੰਦਸਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਸ ਨੂੰ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਗੁਰਦੁਆਰਾ ਸਾਹਿਬ GT ਕਰਨਾਲ ਰੋਡ, ਨਾਂਗਲੀ ਪੁਣਾ, ਦਿੱਲੀ ਵਿਖੇ ਸੁਭਾਇਮਾਨ ਹੈ। ਇੱਥੇ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ 42 ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਘੋੜੇ ਸਾਂਭਣ ਦੀ ਸੇਵਾ ਕੀਤੀ ਸੀ। ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਬਾਬਾ ਬੁੱਢਾ ਜੀ ਦੁਆਰਾ ਇਸ ਪਾਵਨ ਅਸਥਾਨ ਤੇ ਯਾਤਰੀਆਂ ਲਈ ਇੱਕ ਖੂਹੀ ਵੀ ਲਗਵਾਈ ਗਈ, ਜਿਸ ਦੇ ਪਵਿੱਤਰ ਜਲ ਨਾਲ ਹਰ ਤਰ੍ਹਾਂ ਦੀ ਲਾ ਇਲਾਜ ਬਿਮਾਰੀ ਦੂਰ ਹੁੰਦੀ ਹੈ। ਮੁਮਤਾਜ਼ ਬੇਗਮ ਜੋ ਕਿ ਪੇਟ ਦੀ ਇੱਕ ਬਿਮਾਰੀ ਨਾਲ ਬੇਹਾਲ ਸੀ, ਬਾਬਾ ਬੁੱਢਾ ਜੀ ਦੁਆਰਾ ਛਕਾਏ ਜਾਣ ਤੇ ਇਸੇ ਖੂਹੀ ਦੇ ਜਲ ਨਾਲ ਬਿਲਕੁਲ ਨਿਰੋਗ ਹੋ ਗਈ। ਇਸੇ ਤਰ੍ਹਾਂ ਬਹੁਤ ਸਾਰੇ ਰੋਗੀਆਂ ਨੇ ਇਸ ਖੂਹੀ ਦਾ ਪਵਿੱਤਰ ਜਲ ਛਕ ਕੇ ਬਹੁਤ ਸਾਰੀਆਂ ਲਾ ਇਲਾਜ ਬਿਮਾਰੀਆਂ ਤੋਂ ਪਿੱਛਾ ਛੁਡਾਉਂਦੇ ਹੋਏ 6ਵੇਂ ਪਾਤਸ਼ਾਹ ਜੀ ਦੀ ਰਹਿਮਤ ਦੇ ਪਾਤਰ ਬਣਦੇ ਹੋਏ ਬਾਬਾ ਬੁੱਢਾ ਜੀ ਦਾ ਧੰਨਵਾਦ ਕੀਤਾ। 1975 ਈਸਵੀ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ ਇਸ ਪਾਵਨ ਅਸਥਾਨ ਨੂੰ ਪ੍ਰਗਟ ਕੀਤਾ। ਉਸ ਵੇਲੇ ਇੱਥੇ ਇੱਕ ਭਿਆਨਕ ਜੰਗਲ ਸੀ ਜਿਸ ਵਿੱਚ ਜੰਗਲੀ ਜਾਨਵਰ ਵਸਦੇ ਸਨ। ਬਾਬਾ ਗੁਰਮੇਲ ਸਿੰਘ ਜੀ ਨੇ ਇਹ ਸਾਰੀ ਜ਼ਮੀਨ ਖਰੀਦ ਕੇ ਇੱਥੇ ਗੁਰਦੁਆਰਾ ਸਾਹਿਬ ਤੇ ਸਰੋਵਰ ਦਾ ਨਿਰਮਾਣ ਕੀਤਾ ਅਤੇ ਸਰੋਵਰ ਵਿੱਚ ਹੀ ਬਾਬਾ ਬੁੱਢਾ ਜੀ ਦੀ ਖੂਹੀ ਦਾ ਜਲ ਮਿਲਾ ਕੇ ਇਹ ਬਚਨ ਕੀਤਾ ਕਿ ਜੋ ਕੋਈ ਵੀ ਇਸ ਥਾਂ ਤੇ ਸ਼ਰਧਾ ਨਾਲ ਅਰਦਾਸ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਅੰਮ੍ਰਿਤ ਲੈ ਕੇ ਛਕੇਗਾ, ਉਸ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਬਾਬਾ ਜੀ ਨੇ ਇਸ ਅਸਥਾਨ ਨੂੰ ਦਿੱਲੀ ਦਾ ਦਰਵਾਜ਼ਾ ਆਖਿਆ ਤੇ ਇਹ ਵੀ ਬਚਨ ਕੀਤੇ ਕਿ ਇਸ ਅਸਥਾਨ ਤੇ ਹਮੇਸ਼ਾ ਚਹਿਲ ਪਹਿਲ ਰਹੇਗੀ ਤੇ ਇੱਥੇ ਦਿਨ ਰਾਤ ਅਕਾਲ ਪੁਰਖ ਦਾ ਜਸ ਗਾਇਆ ਜਾਏਗਾ। ਵੱਡੇ ਵੱਡੇ ਮਹਾਪੁਰਖ ਅਤੇ ਬ੍ਰਹਮ ਗਿਆਨੀ ਇਸ ਪਾਵਨ ਦਰਬਾਰ ਦੇ ਦਰਸ਼ਨ ਕਰਨ ਲਈ ਆਇਆ ਕਰਨਗੇ। 1984 ਈਸਵੀ ਦੇ ਦਿੱਲੀ ਦੰਗਿਆਂ ਵਿੱਚ ਇਸ ਪਵਿੱਤਰ ਗੁਰੂ ਧਾਮ ਦੀ ਰੱਖਿਆ ਕਰਦੇ ਹੋਏ 29 ਸਿੰਘ ਸ਼ਹੀਦ ਹੋਏ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨੁਕਸਾਨ ਤੋਂ ਇਲਾਵਾ ਇੱਥੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ। ਮੌਜੂਦਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ 1992 ਈਸਵੀ ਵਿੱਚ ਸ਼ੁਰੂ ਕੀਤਾ, ਜਿਸ ਵਿੱਚ ਤਕਰੀਬਨ 3 ਸਾਲ ਦਾ ਸਮਾਂ ਲੱਗਿਆ ਤੇ 1996 ਈਸਵੀ ਨੂੰ ਬਾਬਾ ਗੁਰਮੇਲ ਸਿੰਘ ਜੀ ਨੇ ਮੌਜੂਦਾ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੂੰ, ਜੋ ਕਿ ਉਸ ਸਮੇਂ ਕੈਨੇਡਾ ਵਿੱਚ ਸਨ, ਨੂੰ ਫੋਨ ਕਰਕੇ ਕਿਹਾ ਕਿ ਗੁਰਦਿਆਲ ਤੂੰ ਛੇਤੀ ਆ ਕੇ ਸੰਗਤ ਦੀ ਸੰਭਾਲ ਕਰ ਕਿਉਂਕਿ ਤੈਨੂੰ ਬਹੁਤ ਸਾਰੀ ਸੰਗਤ ਇੱਥੇ ਉਡੀਕ ਰਹੀ ਹੈ। ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਸਤ ਬਚਨ ਕਹਿ ਕੇ ਇੱਥੇ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਬਾਬਾ ਗੁਰਮੇਲ ਸਿੰਘ ਜੀ ਸ੍ਰੀਨਗਰ ਨੂੰ ਚਲੇ ਗਏ ਤੇ ਮੌਜੂਦਾ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਪੁੱਜਣ ਤੋਂ ਪਹਿਲਾਂ ਹੀ ਬਾਬਾ ਗੁਰਮੇਲ ਸਿੰਘ ਜੀ 8 ਅਗਸਤ 1996 ਈਸਵੀ ਨੂੰ ਸੱਚਖੰਡ ਜਾ ਬਿਰਾਜੇ। ਬਾਬਾ ਜੀ ਦੀਆਂ ਅੰਤਮ ਵਿਧੀਆਂ ਬਾਘਾ ਪੁਰਾਣਾ ਪੰਜਾਬ ਵਿਖੇ ਕੀਤੀਆਂ ਗਈਆਂ। ਉਸ ਤੋਂ ਬਾਅਦ ਸੰਗਤਾਂ ਨੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਉਹਨਾਂ ਨੂੰ ਗੁਰੂ ਨਾਨਕ ਮਿਸ਼ਨ, ਜਿਸ ਵਿੱਚ 6 ਗੁਰੂ ਘਰ ਅਤੇ ਇੱਕ ਬੀਬੀਆਂ ਦਾ ਡਿਗਰੀ ਕਾਲਜ ਹੈ, ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਤੋਂ ਤੁਰੰਤ ਬਾਅਦ ਸੰਤ ਬਾਬਾ ਗੁਰਦਿਆਲ ਸਿੰਘ ਜੀ ਕਈ ਔਕੜਾਂ ਦਾ ਸਾਹਮਣਾ ਕਰਦੇ ਹੋਏ ਸੇਵਾ ਵਿੱਚ ਜੁਟ ਗਏ। ਸਭ ਤੋਂ ਪਹਿਲਾਂ ਆਪ ਜੀ ਨੇ ਸੰਤ ਬਾਬਾ ਗੁਰਮੇਲ ਸਿੰਘ ਜੀ ਦੇ ਸੰਸਕਾਰ ਵਾਲੀ ਥਾਂ ਤੇ ਅੰਗੀਠਾ ਸਾਹਿਬ ਦੀ ਉਸਾਰੀ ਆਰੰਭ ਕਰਕੇ ਉਸ ਨੂੰ ਪੂਰਨ ਕੀਤਾ ਅਤੇ ਹਰ ਸਾਲ ਬਾਘਾ ਪੁਰਾਣਾ ਪੰਜਾਬ ਵਿਖੇ ਅਗਸਤ ਦੀ 8 ਤਰੀਕ ਨੂੰ ਸੰਤ ਬਾਬਾ ਗੁਰਮੇਲ ਸਿੰਘ ਜੀ ਦੀ ਯਾਦ ਵਿੱਚ ਬਰਸੀ ਮਨਾਉਣੀ ਆਰੰਭ ਕੀਤੀ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਤੇ ਇੱਥੇ ਜੋੜ ਮੇਲੇ ਦਾ ਪ੍ਰੋਗਰਾਮ ਵੀ ਜਾਰੀ ਰੱਖਿਆ। ਬੀਬੀਆਂ ਦੇ ਕਾਲਜ ਵਿੱਚ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਵੀ ਸ਼ੁਰੂ ਕਰਵਾਈਆਂ। ਇਸ ਤੋਂ ਉਪਰੰਤ ਬਾਬਾ ਜੀ ਨੇ ਬਾਘਾ ਪੁਰਾਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਸੁਧਾਰ ਕਰਨ ਦੇ ਨਾਲ ਮੇਨ ਰੋਡ ਤੇ ਪ੍ਰਵੇਸ਼ ਦੁਆਰ ਤਿਆਰ ਕਰਵਾਏ। ਇਸ ਪਾਵਨ ਅਸਥਾਨ ਤੇ ਹਰ ਮੱਸਿਆ ਨੂੰ ਬਹੁਤ ਭਾਰੀ ਜੋੜ ਮੇਲਾ ਹੁੰਦਾ ਹੈ। ਇੱਥੇ ਅਖੰਡ ਪਾਠਾਂ ਦੀ ਲੜੀ ਲਗਾਤਾਰ ਚੱਲਦੀ ਰਹਿੰਦੀ ਹੈ। ਸੰਗਤਾਂ ਵਾਸਤੇ ਲੰਗਰ ਹਰ ਵੇਲੇ ਤਿਆਰ ਮਿਲਦਾ ਹੈ ਤੇ ਸੰਗਤਾਂ ਦੇ ਠਹਿਰਨ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਹੈ। ਵੈਸ਼ਨੋ ਦੇਵੀ, ਅਜਮੇਰ ਸ਼ਰੀਫ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਹਰਿਦੁਆਰ ਅਤੇ ਹੋਰ ਤੀਰਥ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਆਉਣ ਜਾਣ ਵਾਲੀਆਂ ਸੰਗਤਾਂ ਇੱਥੇ ਠਹਿਰਦੀਆਂ ਹਨ। ਹਰ ਪੂਰਨਮਾਸ਼ੀ ਨੂੰ 10 ਵਜੇ ਤੋਂ 2 ਵਜੇ ਤੱਕ ਅਤੇ ਹਰ ਐਤਵਾਰ ਨੂੰ 9 ਵਜੇ ਤੋਂ 1 ਵਜੇ ਤੱਕ ਇਸ ਪਾਵਨ ਅਸਥਾਨ ਤੇ ਦੀਵਾਨ ਸਜਦੇ ਹਨ, ਜਿਸ ਵਿੱਚ ਕੀਰਤਨੀਏ ਅਤੇ ਢਾਡੀ ਸੰਗਤਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੋੜਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।